ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸੰਗਤ ਨਾਲ ਵਿਚਾਰ ਕਰ ਰਹੇ ਸੀ ਉਸ ਸਰਬ ਸਾਂਝੇ ਸੱਚੇ ਦੀ ਝਲਕ। ਉਸ ਬਾਰੇ ਆਪਾਂ ਇੱਕ ਵੀਡੀਓ ਤੁਸੀਂ ਸੁਣੀ ਹੋਣੀ ਆ, ਲੜੀਵਾਰ ਆਪਾਂ ਇਹ ਸ਼ੁਰੂ ਕੀਤੀ ਆ। ਉਸ ਸਰਬ ਸਾਂਝੇ ਸੱਚੇ ਦੀ ਝਲਕ। ਵੈਸੇ ਤੇ ਜਿਹੜੀ ਵੀਡੀਓ ਮੈਂ ਪਹਿਲਾਂ ਪਾਈ ਆ, ਇਹ ਬਾਅਦ 'ਚ ਹੋਣੀ ਚਾਹੀਦੀ ਸੀ ਇਸ ਤੋਂ, ਪਰ ਉਹ ਵੀਡੀਓ ਮੈਂ ਇਸ ਕਰਕੇ ਪਹਿਲਾਂ ਪਾਈ ਆ ਕਿ ਉਹਦੀ ਝਲਕ ਜਿਹੜੀ ਆ ਸਾਨੂੰ ਅੰਦਰਮੁਖੀ ਹੋ ਕੇ ਨਜ਼ਰ ਆਉਣੀ ਆ, ਅਤੇ ਅਸੀਂ ਇਸ ਬਾਰੇ ਕੀ ਸੋਚਦੇ ਹਾਂ, ਅੱਜ ਉਹ ਇਸ ਵਿਸ਼ੇ 'ਤੇ ਆਪਾਂ ਇਹ ਵੀਡੀਓ ਪਾਉਣ ਜਾ ਰਹੇ ਹਾਂ ਕਿ ਅਸੀਂ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਕਲਪਨਾ ਕਰਕੇ ਬੈਠੇ ਹਾਂ ਉਸ ਪਰਮਾਤਮਾ ਦੀ ਦਰਸ਼ਨ ਕਰਨ ਦੇ। ਪਰਮਾਤਮਾ ਦੇ ਦਰਸ਼ਨ ਕਰਨ ਲਈ ਅਸੀਂ ਆਪਣੇ ਮਨ ਵਿੱਚ ਕੀ ਕਲਪਨਾ ਕੀਤੀ ਹੁੰਦੀ ਹੈ, ਪਰ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਉਹ ਸਾਡੇ ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਪੜ੍ਹ ਕੇ ਸਾਨੂੰ ਇਹ ਸੋਝੀ ਆਉਂਦੀ ਹੈ ਕਿ ਜੋ ਅਸੀਂ ਆਪਣੇ ਮਨ ਵਿੱਚ ਕਲਪਨਾ ਕੀਤੀ ਹੁੰਦੀ ਆ, ਇਹ ਸਾਰਾ ਇਸ 'ਤੇ ਉਲਟ ਹੋਇਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ, ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਕਿ ਜਿਸ ਤਰ੍ਹਾਂ ਇਹ ਪਰਮਾਤਮਾ ਤੂੰ ਮੈਨੂੰ ਪ੍ਰੇਰਨਾ ਕਰਦਾ ਨਾ, ਮੈਂ ਤੇਰੀ ਉਸੇ ਪ੍ਰੇਰਨਾ ਸਦਕਾ ਹੀ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ। ਤੇਰੀ ਪ੍ਰੇਰਨਾ ਤੋਂ ਬਗੈਰ ਇਹ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਣੇ, ਤੂੰ ਸਾਹਿਬ ਗੁਣੀ ਗਹਿਰਾ, ਉਸ ਸੱਚੇ ਤੇ ਵੱਡੇ ਮਾਲਕ ਦੇ ਗੁਣਾਂ ਨਾਲ ਭਰੇ ਹੋਏ ਖਜ਼ਾਨੇ ਵਾਲੇ ਮਾਲਕ, ਬੜੇ ਵੱਡੇ ਜਿਗਰੇ ਵਾਲੇ, ਉਸ ਦੀ ਸਿਫਤ ਸਲਾਹ ਦੇ ਗੁਣ ਗਾਉਣੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਮਨੁੱਖ ਦਾ ਮਨ ਤੇ ਮਨੁੱਖ ਤਾਂ ਆਪਣੇ ਮਨ ਨੂੰ ਹੀ ਵੱਸ ਕਰਨ ਵਿੱਚ ਨਾਕਾਮਯਾਬ ਰਹਿੰਦਾ ਹੈ। ਜਿੰਨਾ ਚਿਰ ਉਸ ਪਰਮਾਤਮਾ ਦੀ ਕਿਰਪਾ ਨਾ ਹੋਵੇ। ਹੁਣ ਆਪਾਂ ਗੱਲ ਕਰ ਰਹੇ ਸੀ ਕਿ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਨੂੰ ਜੋ ਸਾਡੇ ਮਨ ਵਿੱਚ ਤਾਂਘ ਉੱਠਦੀ ਹੈ, ਅਤੇ ਅਸੀਂ ਕੀ ਕਲਪਨਾ ਕਰਦੇ ਹਾਂ? ਅਸੀਂ ਇਹ ਕਲਪਨਾ ਕਰਦੇ ਹਾਂ ਕਿ ਉਹ ਪਰਮ ਪਿਤਾ ਪਰਮਾਤਮਾ, ਜਿਹਦੇ ਕਿ ਬੜੇ ਚੋਜ ਅਤੇ ਨਿਆਰੇ ਰਹੱਸ ਹਨ, ਬੇਅੰਤ ਰਹੱਸ ਹਨ, ਉਹ ਬਹੁਤ ਵਿਚਿੱਤਰ ਅਤੇ ਅਦਭੁਤ ਹਨ। ਕਿਉਂਕਿ ਅਕਾਲ ਪੁਰਖ ਦੇ ਦਰਸ਼ਨ ਕਰਨ ਲਈ ਜੋ ਅਸੀਂ ਆਪਣੇ ਮਨ ਵਿੱਚ ਕਲਪਨਾ ਕੀਤੀ ਹੁੰਦੀ ਹੈ, ਅਸਲ ਵਿੱਚ ਇਸ ਤਰ੍ਹਾਂ ਹੁੰਦਾ ਨਹੀਂ। ਕਿਉਂਕਿ ਤੇ ਬਹੁਤ ਕਰਤਾ ਪੁਰਖ ਅਤੇ ਬਹੁਤ ਵੱਡੇ ਵੱਡੇ ਚੋਜ ਆ, ਉਹਦੇ ਰਹੱਸ ਹਨ,
ਅਦਭੁਤ ਅਤੇ ਵਚਿੱਤਰ ਉਹਦੇ ਰਹੱਸ ਹਨ। ਪਰ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰੀਦੇ ਹਨ, ਬਾਣੀ ਦੀ ਵਿਚਾਰ ਕਰੀਦੀ ਹੈ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਹੈ, ਤਾਂ ਫਿਰ ਅਸਲ ਵਿੱਚ ਸਮਝ ਆਉਂਦੀ ਹੈ ਕਿ ਇਹ ਇੱਕ ਗਿਆਨ ਦਾ ਸੂਰਜ ਹੈ। ਗੁਰਬਾਣੀ ਗਿਆਨ ਦਾ ਸੂਰਜ ਹੈ। ਗੁਰਬਾਣੀ ਨੂੰ ਪੜ੍ਹ ਕੇ ਗਿਆਨ ਦੇ ਸੂਰਜ ਦੇ ਨਾਲ ਮਨ ਦਾ ਅੰਧੇਰਾ ਦੂਰ ਹੁੰਦਾ ਹੈ। ਜਦੋਂ ਮਨ ਦਾ ਅੰਧੇਰਾ ਦੂਰ ਹੁੰਦਾ ਹੈ ਤਾਂ ਸਾਡੇ ਮਨ ਦੇ ਵਿੱਚ ਜਿਹੜੇ ਉਹ ਭੁਲੇਖੇ ਸਨ, ਜਿਸ ਭੁਲੇਖਿਆਂ ਵਿੱਚ ਅਸੀਂ ਫਸ ਕੇ ਉਸ ਪਰਮਾਤਮਾ ਦੇ ਦਰਸ਼ਨ ਕਰਨਾ ਲੋਚਦੇ ਹਾਂ, ਉਹ ਭੁਲੇਖਿਆਂ ਦੇ ਹਨੇਰੇ ਇਸ ਗਿਆਨ ਵਾਲੇ ਚੜ੍ਹੇ ਹੋਏ ਸੂਰਜ ਨਾਲ ਦੂਰ ਹੁੰਦੇ ਹਨ। ਫਿਰ ਇਹ ਸਮਝ ਆਉਂਦੀ ਆ ਕਿ ਉਹ ਅਕਾਲ ਪੁਰਖ, ਅਕਾਲ ਮੂਰਤ ਸਾਨੂੰ ਬਾਹਰੋਂ ਨਹੀਂ ਅੰਦਰੋਂ ਮਿਲਣਾ। ਪਰ ਅਸੀਂ ਤਾਂ ਇਹ ਸੋਚਿਆ ਸੀ ਕਿ ਉਹ ਬਾਹਰੋਂ ਆਏਗਾ, ਜਿਸ ਤਰ੍ਹਾਂ ਅਸੀਂ ਵੇਦਾਂ ਵਿੱਚ, ਪੁਰਾਣਾਂ ਵਿੱਚ, ਸ਼ਾਸਤਰਾਂ ਵਿੱਚ ਪੜ੍ਹਿਆ ਹੈ। ਕਹਾਣੀਆਂ ਵੀ ਪ੍ਰਸਿੱਧ ਹਨ, ਸੁਣੀਆਂ ਹੋਈਆਂ ਹਨ ਕਿ ਉਹ ਚਤੁਰਭੁਜ, ਚਾਰ ਭੁਜਾਵਾਂ ਦਾ ਮਾਲਕ ਔਰ ਬੜਾ ਵਚਿੱਤਰ ਹੈ ਅਤੇ ਬੜੀ ਅਨੋਖੀ ਸ਼ਕਲ ਵਾਲਾ ਹੈ। ਪਰ ਨਹੀਂ, ਇਹ ਸਾਡੇ ਮਨ ਦੀ ਇੱਕ ਕਲਪਨਾ ਸੀ। ਜਦੋਂ ਅਸੀਂ ਉਸ ਦੀ ਬੰਦਗੀ ਕੀਤੀ, ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਏ, ਤਾਂ ਸਾਡੀਆਂ ਜੋ ਇਹ ਅੱਖਾਂ ਬਾਹਰ ਮੁਖੀ ਸਨ, ਅੰਦਰ ਮੁਖੀ ਹੋਈਆਂ। ਅਸੀਂ ਤਾਂ ਉਹਨੂੰ ਇਹ ਸੋਚ ਸਮਝ ਕੇ ਬੈਠੇ ਸੀ ਕਿ ਜਿਸ ਤਰ੍ਹਾਂ ਮਨੁੱਖ ਦੀਆਂ ਦੋ ਬਾਹਾਂ ਹਨ ਅਤੇ ਅਸੀਂ ਤਾਂ ਬੜੀ ਜਲਦੀ ਉਸ ਨੂੰ ਪਛਾਣ ਲਵਾਂਗੇ। ਜਦੋਂ ਉਹ ਚਾਰ ਭੁਜਾਵਾਂ ਵਾਲਾ ਸਾਡੇ ਸਾਹਮਣੇ ਆਏਗਾ, ਬੜੀ ਵਿਚਿੱਤਰ ਸ਼ਕਲ ਵਾਲਾ ਹੋਏਗਾ। ਪਰ ਇੰਝ ਹੋਇਆ ਨਹੀਂ। ਅਸਲ ਵਿੱਚ ਗੁਰਬਾਣੀ ਨੇ ਸਮਝ ਬਖਸ਼ੀ ਕਿ ਇਹ ਜਿਹੜੇ ਬਾਹਰਲੀਆਂ ਤੋਂ ਵਿਚਾਰਾਂ ਸੁਣੀਆਂ ਸਨ, ਉਹ ਪਰਮਾਤਮਾ ਤਾਂ ਤੇਰੇ ਅੰਦਰ ਬੈਠਾ ਹੈ। ਉਸ ਨੂੰ ਜੇ ਤੂੰ ਦੇਖਣਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਅੰਦਰ ਦੀ, ਤੈਨੂੰ ਆਪਣੇ ਅੰਦਰ ਝਾਤੀ ਮਾਰਨੀ ਪਏਗੀ, ਅੰਦਰ ਦੀਆਂ ਨਜ਼ਰਾਂ ਖੋਲ੍ਹਣੀਆਂ ਪੈਣਗੀਆਂ। ਤੈਨੂੰ ਆਪਣੇ ਕੰਨਾਂ ਦੇ ਵਿੱਚ ਅੰਦਰੋਂ ਉਸ ਸੱਚੇ ਨਾਮ ਦੀ ਧੁਨ ਸੁਣਾਈ ਦੇਵੇਗੀ, ਜਿਹੜੀ ਤੂੰ ਬਾਹਰੋਂ ਸੁਣਨਾ ਚਾਹੁੰਦਾ ਹੈ। ਗੁਰਬਾਣੀ ਪੜ੍ਹ ਕੇ ਸਮਝ ਆਈ ਕਿ ਜਿਹੜੀ ਸੁਰਤ ਦੇ ਵਿੱਚ ਤੂੰ ਦੇਖਣਾ ਚਾਹੁੰਦਾ ਸੀ, ਉਸ ਸੁਰਤ ਨੂੰ ਉਸ ਸੱਚੇ ਨਾਮ ਨਾਲ ਜੋੜ, ਅਤੇ ਜਦੋਂ ਤੇਰੀ ਸੁਰਤ ਉਸ ਸੱਚੇ ਦੇ ਨਾਮ ਵਿੱਚ ਜੁੜੇਗੀ ਤਾਂ ਤੇਰੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ ਦੀ ਅੱਗ, ਇਹ ਸਫਾਈ ਤੇਰੇ ਅੰਦਰੋਂ ਹੋਵੇਗੀ।
ਤੇਰੇ ਗਿਆਨ ਇੰਦਰ ਇਹਨਾਂ ਵਿਕਾਰਾਂ ਤੋਂ ਬਚ ਜਾਣਗੇ। ਤੂੰ ਇਸ ਮਾਇਆ ਦੇ ਜੰਜਾਲ ਵਿੱਚੋਂ ਬਚ ਨਿਕਲੇਂਗਾ ਜੇ ਉਸ ਸੱਚੇ ਨਾਮ ਦੀ ਸਿਫਤ ਸਲਾਹ ਕਰੇਂਗਾ, ਆਪਣੀ ਸੁਰਤ ਨੂੰ ਸੱਚੇ ਨਾਮ ਵਿੱਚ ਜੋੜੇਂਗਾ। ਤੇ ਫਿਰ ਤੈਨੂੰ ਇੱਕ ਹੋਰ ਵੀ ਸਮਝ ਆਏਗੀ। ਉਹ ਇਹ ਆਏਗੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਫਿਰ ਤੈਨੂੰ ਸਮਝ ਆਏਗੀ ਕਿ ਜੋ ਅਸੀਂ ਇਹ ਸੁਣਦੇ ਹਾਂ ਕਿ ਇਹ ਜਿਹੜੀ ਮਨੁੱਖਾ ਦੇਹੀ ਹੈ, ਪਰਮਾਤਮਾ ਨੇ ਮਨੁੱਖ ਨੂੰ ਇਹ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਇਹ ਇਸ ਕਰਕੇ ਕੀਤੀ ਹੈ ਕਿ ਭਾਈ ਤੈਨੂੰ ਇੱਕ ਚਾਂਸ ਦਿੱਤਾ ਜਾ ਰਿਹਾ ਹੈ ਕਿ ਜੇ ਤੂੰ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲਣਾ ਹੈ ਤਾਂ ਫਿਰ ਸਾਧ ਸੰਗਤ ਵਿੱਚ ਰਲ ਬੈਠ ਕੇ ਉਸ ਸੱਚੇ ਦੇ ਗੁਣ ਗਾ, ਉਸ ਨੂੰ ਆਪਣੇ ਹਿਰਦੇ ਵਿੱਚ ਬਿਠਾ, ਆਪਣੀ ਸੁਰਤ ਨੂੰ ਨਾਮ ਨਾਲ ਜੋੜ। ਫਿਰ ਇਹ ਤੈਨੂੰ ਸਮਝ ਆਏਗੀ ਔਰ ਫਿਰ ਤੈਨੂੰ ਇਹ ਸਮਝ ਆਏਗੀ ਕਿ ਜੋ ਤੇਰੇ ਅੰਦਰ ਅੰਸ਼ ਉਸ ਪਰਮਾਤਮਾ ਨੇ ਜੋਤ ਤੇਰੇ ਅੰਦਰ ਟਿਕਾਈ ਹੈ, ਇਸ ਦਾ ਮੂਲ ਕੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਫਿਰ ਤੈਨੂੰ ਉਸ ਕਰਤੇ ਦੀ ਸਮਝ ਆਏਗੀ ਕਿ ਉਸ ਨੇ ਜੋ ਜੋਤ ਤੇਰੇ ਅੰਦਰ ਆਪਣਾ ਅੰਸ਼ ਜੋਤ ਰੂਪ ਤੈਨੂੰ ਤੇਰੇ ਅੰਦਰ ਟਿਕਾ ਕੇ ਤੈਨੂੰ ਸੰਸਾਰ 'ਤੇ ਭੇਜਿਆ ਹੈ, ਤੂੰ ਉਸ ਨੂੰ ਪਛਾਣ, ਆਪਣੇ ਮੂਲ ਨੂੰ ਪਛਾਣ। ਫਿਰ ਤੇਰੀ ਆਤਮਾ ਜਾਗਰਤ ਹੋਏਗੀ ਅਤੇ ਉਸ ਪਰਮਾਤਮਾ ਦੇ ਨਾਲ ਉਸ ਦੀ ਦਿਵ ਲੱਗੇਗੀ। ਆਤਮਾ ਪਰਮਾਤਮਾ ਦਾ ਮੇਲ ਹੋਏਗਾ। ਆਤਮਾ ਦਾ ਅਤੇ ਪਰਮਾਤਮਾ ਦਾ ਮੇਲ ਹੋਣ ਤੋਂ ਬਾਅਦ ਤੈਨੂੰ ਉਸ ਸੱਚੇ ਦਾ ਗਿਆਨ ਹੋਊਗਾ। ਉਸ ਸੱਚੇ ਦੇ ਦੀਦਾਰੇ ਤੈਨੂੰ ਤੇਰੇ ਅੰਦਰੋਂ ਹੋਣਗੇ। ਨਹੀਂ ਪੜ੍ਹਦਿਆਂ ਪੜ੍ਹਦਿਆਂ ਇਹ ਸਮਝ ਆਈ ਕਿ ਜਿਹੜਾ ਚਤੁਰਭੁਜ, ਜਿਹੜੀਆਂ ਕਿ ਅਸੀਂ ਇਹ ਸਮਝਦੇ ਹਾਂ ਕਿ ਉਸ ਦੀਆਂ 4 ਬਾਹਾਂ ਹਨ। ਇੱਕ ਹੱਥ ਵਿੱਚ ਉਸਨੇ ਸ਼ੰਖ ਪਕੜਿਆ ਹੋਇਆ ਹੈ, ਦੂਜੇ ਹੱਥ ਵਿੱਚ ਕਮਲ ਫੁੱਲ ਪਕੜਿਆ, ਇੱਕ ਹੱਥ ਵਿੱਚ ਉਸਨੇ ਗਦਾ ਪਕੜੀ ਹੋਈ ਹੈ ਅਤੇ ਇੱਕ ਹੱਥ ਵਿੱਚ ਸੁਦਰਸ਼ਨ ਚੱਕਰ ਪਕੜਿਆ ਹੋਇਆ ਹੈ। ਹੁਣ ਇਹ ਸਮਝ ਆਈ ਕਿ ਅਸਲ ਵਿੱਚ ਜਿਸ ਚਤੁਰਭੁਜ ਦਾ ਵਰਣਨ ਵੇਦਾਂ ਸ਼ਾਸਤਰਾਂ ਵਿੱਚ ਕੀਤਾ ਜਾਂਦਾ ਹੈ, ਉਸ ਦਾ ਅਸਲ ਮਤਲਬ ਇਹ ਹੈ ਕਿ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਸਾਰੇ ਸੰਸਾਰ ਵਿੱਚ ਤੇਰੀ ਹੀ ਕਲਾ ਵਰਤ ਰਹੀ ਹੈ। ਤੂੰ ਤੇ 4 ਭੁਜਾਵਾਂ ਤੋਂ ਵੀ ਅੱਗੇ, ਬਹੁਤ ਵੱਡਾ ਅੱਗੇ ਹੈ। ਅਨੇਕਾਂ ਕਲਾ ਦਾ ਮਾਲਕ ਹੈ ਤੂੰ। ਤੇਰੀਆਂ ਬਹੁਤ ਕਲਾ ਹਨ, ਜੋ ਇਹ ਤੂੰ ਕਲਾ ਇਸ ਸੰਸਾਰ ਵਿੱਚ ਵਰਤਾਈਆਂ ਹੋਈਆਂ ਹਨ। ਇਹ ਸਮਝ ਪੈਂਦੀ ਹੈ। ਅਤੇ ਫਿਰ ਜਿਹੜਾ ਤੇਰੇ ਹੱਥ ਵਿੱਚ ਪਕੜਿਆ ਹੋਇਆ ਸ਼ੰਖ ਦਿਖਾਇਆ ਜਾਂਦਾ ਹੈ, ਇਹ ਸਮਝ ਪੈਂਦੀ ਹੈ ਕਿ ਸ਼ੰਖ ਜਿਹੜਾ ਇੱਕ ਧੁਨੀ ਪੈਦਾ ਕਰਦਾ ਹੈ।
ਸੰਖ ਦੇ ਨਾਲ ਧੁਨੀ ਪੈਦਾ ਹੁੰਦੀ ਹੈ ਜੇ ਤੂੰ ਉਸ ਧੁਨੀ ਦਾ ਮਾਲਕ, ਉਸ ਸ਼ਬਦ ਦਾ ਮਾਲਕ ਹੈ ਜਿਸ ਸ਼ਬਦ ਨਾਲ, ਜਿਸ ਧੁਨੀ ਨਾਲ ਇਹ ਸੰਸਾਰ ਪ੍ਰਗਟ ਹੋਇਆ ਹੈ। ਇਹ ਸੰਖ ਜਿਹੜਾ ਉਸ ਸ਼ਬਦ ਨੂੰ ਦਰਸਾ ਰਿਹਾ ਹੈ ਕਿ ਉਹ ਬਹੁਤ ਵੱਡੇ ਨਾਮ ਦੀ ਧੁਨ ਵਾਲਾ ਪਰਮ ਪਿਤਾ ਪਰਮਾਤਮਾ ਤੇਰੇ ਹਿਰਦੇ ਵਿੱਚ ਬੈਠਾ ਹੋਇਆ ਹੈ। ਜੋ ਤੇਰੇ ਸ਼ਬਦ ਦੀ ਧੁਨ ਜਦੋਂ ਮੇਰੇ ਕੰਨਾਂ ਨੇ ਮੇਰੇ ਅੰਦਰੋਂ ਸੁਣੀ, ਉਸ ਸ਼ਬਦ ਦੀ ਧੁਨ ਨੂੰ ਮੇਰਿਆਂ ਕੰਨਾਂ ਨੇ ਅੰਦਰ ਮੁਖੀ ਹੋ ਕੇ ਸੁਣਿਆ ਤਾਂ ਮੈਂ ਤਾਂ ਬੇਸੁੱਧ ਹੋ ਗਿਆ। ਮੈਨੂੰ ਤਾਂ ਕੋਈ ਸੁੱਧ ਹੀ ਨਹੀਂ ਰਹੀ। ਮੈਂ ਹੁਣ ਉਸ ਅੰਦਰ ਬੈਠੇ ਅਕਾਲ ਮੂਰਤ ਵਾਲੇ ਦੇ ਦੀਦਾਰ ਦੀ ਝਲਕ ਤੱਕ ਕੇ ਆਪਣੇ ਹੋਸ਼ ਗਵਾ ਬੈਠਾ ਹਾਂ। ਜਦੋਂ ਮੈਨੂੰ ਥੋੜ੍ਹੀ ਜਿਹੀ ਸੁਰਤ ਆਈ, ਹੋਸ਼ ਆਈ, ਜਦੋਂ ਮੈਨੂੰ ਥੋੜ੍ਹੀ ਜਿਹੀ ਸੁਰਤ ਆਈ, ਹੋਸ਼ ਆਈ, ਤਾਂ ਮੈਨੂੰ ਉਸ ਅੰਦਰ ਬੈਠੇ ਨੇ ਇਹ ਸਮਝਾਇਆ ਕਿ ਮੈਂ ਤਾਂ ਤੇਰੇ ਅੰਦਰ ਬੈਠਾ ਸੀ, ਤੂੰ ਮੈਨੂੰ ਬਾਹਰ ਢੂੰਡ ਕਿਉਂ ਰਿਹਾ ਸੀ। ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿ ਜੋ ਮੈਂ ਦੀਦਾਰੇ ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਭੂ ਦੇ ਕਰਨੇ ਲੋਚਦਾ ਸੀ, ਉਹ ਤਾਂ ਮੈਨੂੰ ਅੰਦਰੋਂ ਦੀਦਾਰ ਹੋਏ ਹਨ। ਮੇਰਾ ਤਾਂ ਮਨੋਰਥ ਪੂਰਾ ਹੋ ਗਿਆ ਹੈ। ਮੇਰਾ ਤਾਂ ਉਹ ਮਨੋਰਥ ਪੂਰਾ ਹੋ ਗਿਆ ਹੈ ਜੋ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸੋਝੀ ਬਖਸ਼ ਰਹੇ ਹਨ। ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਣ ਮਹੱਲਾ ਪੰਜਵਾਂ 1321 ਅੰਕ 'ਤੇ ਸ਼ੁਭਾਇਮਾਨ ਹੈ। ਸਫਲ 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 ਦਰਸ਼ ਰੇ, ਸਫਲ 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 ਦਰਸ਼ ਰੇ, ਪਰਸ ਪਰਸ ਗੁਣ ਗਾਈਐ। ਸਫਲ 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 ਦਰਸ਼ ਰੇ, ਪਰਸ ਪਰਸ ਗੁਣ ਗਾਈਐ। ਨਾਨਕ ਤਤ ਤਤ ਸਿਉ ਮਿਲੀਐ, ਹੀਰੈ ਹੀਰ ਵਿਦਾਈਐ। ਇਹ ਸਮਝ ਪਈ ਕਿ ਤੇਰੇ ਦੀਦਾਰ ਕਰਕੇ ਮੇਰਾ ਇਸ ਸੰਸਾਰ ਵਿੱਚ ਆਉਣਾ, ਸੰਸਾਰ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਗਿਆ ਹੈ। ਕਿਉਂਕਿ ਤੇਰੇ ਦੀਦਾਰ ਦੀ ਤਾਂਘ ਹੁਣ ਮੇਰੀ ਸਮਾਪਤ ਹੋ ਗਈ ਹੈ। ਹੁਣ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਮੇਰੀ ਆਤਮਾ, ਹੇ ਪ੍ਰਭੂ, ਹੇ ਪਰਮਾਤਮਾ, ਮੇਰੀ ਆਤਮਾ ਉਸ ਪਰਮਾਤਮਾ ਦੇ ਨਾਲ ਆਤਮਾ ਦਾ ਮੇਲ ਹੋ ਗਿਆ ਹੈ। ਮੈਨੂੰ ਇਸ ਤਰ੍ਹਾਂ ਮੇਰੀ ਆਤਮਾ ਨੂੰ ਤੇਰੇ ਸ਼ਬਦ ਨੇ ਵਿੰਨ ਦਿੱਤਾ ਹੈ ਕਿ ਹੁਣ ਮੈਨੂੰ ਤੇਰੇ ਤੋਂ ਬਗੈਰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਮੈਨੂੰ ਹਰ ਥਾਂ ਤੇਰਾ ਪਸਾਰਾ ਨਜ਼ਰ ਆ ਰਿਹਾ ਹੈ। ਇੱਕ ਕਰਤੇ ਪੁਰਖ ਦਾ ਨਜ਼ਾਰਾ ਨਜ਼ਰ ਆ ਰਿਹਾ ਹੈ।
ਇੱਕ ਸਤਨਾਮ ਵਾਲੇ ਦਾ ਨਜ਼ਾਰਾ ਨਜ਼ਰ ਆ ਰਿਹਾ ਹੈ। ਜੋ ਮੈਂ ਤੇਰੇ ਦਰ ਤੋਂ ਦਾਤ ਮੰਗਦਾ ਸੀ, ਜਾਚਕ ਨਾਮ ਜਾਚੈ ਜਾਚੈ। ਜੋ ਮੈਂ ਤੇਰੇ ਦਰ ਤੇ ਨਿਤ ਦਾਤ ਮੰਗਦਾ ਸੀ, ਮੈਂ ਜਾਚਕ ਭਿਖਾਰੀ ਤੇਰੇ ਦਰ ਤੋਂ ਨਾਮ ਦੀ ਦਾਤ ਮੰਗਦਾ ਸੀ। ਸਰਬ ਧਾਰ ਸਰਬ ਕੇ ਨਾਇਕ, ਸੁਖ ਸਮੂਹ ਕੇ ਦਾਤੇ। ਰਹਾਉ, ਇਹ ਰਹਾਉ ਦੀ ਪੰਕਤੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਉਚਾਰਿਆ ਹੋਇਆ ਸ਼ਬਦ ਹੈ ਕਲਿਆਣ ਰਾਗ ਵਿੱਚ ਕਿ ਜਾਚਕ ਨਾਮ ਜਾਚੈ ਜਾਚੈ, ਕਿ ਮੈਂ ਤੇਰੇ ਦਰ 'ਤੇ ਖੜ੍ਹਾ ਭਿਖਾਰੀ ਸੱਚੇ ਨਾਮ ਦੀ ਦਾਤ ਮੰਗਦਾ ਸੀ। ਸਰਬ ਧਾਰ, ਸਾਰਿਆਂ ਜੀਵਾਂ ਦੇ ਮਾਲਕਾ, ਇਹ ਖੰਡਾਂ ਬ੍ਰਹਿਮੰਡਾਂ ਦੇ ਮਾਲਕਾ, ਤੂੰ ਤੇ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ। ਇਹ ਸਾਰਾ ਜਗ ਤੇ ਖੰਡ ਬ੍ਰਹਿਮੰਡ ਤਾਂ ਤੇਰੇ ਕੋਲੋਂ ਹੀ ਰੋਸ਼ਨੀ ਲੈ ਰਹੇ ਹਨ। ਤੇਰੀ ਹੀ ਬਖਸ਼ੀ ਹੋਈ ਮਿਹਰ ਸਦਕਾ ਇਹ ਖੰਡ ਬ੍ਰਹਿਮੰਡ ਤੇਰੇ ਹੁਕਮ ਵਿੱਚ ਚੱਲ ਰਹੇ ਹਨ। ਭੈ ਵਿੱਚ ਪਵਨ ਬਹੈ ਸਦ ਵਾਉ। ਇਹ ਸਾਰੇ ਸੂਰਜ ਚੰਦ ਦੇਵ ਤਾਰੇ ਖੰਡ ਬ੍ਰਹਿਮੰਡ ਤੇਰੇ ਭੈ ਵਿੱਚ ਹਨ, ਤੇਰੇ ਹੁਕਮ ਵਿੱਚ ਹਨ। ਮੇਰੇ ਪ੍ਰਭੂ ਪਿਤਾ ਪਰਮਾਤਮਾ, ਇਹ ਸਮਝ ਹੁਣ ਤੇਰੀ ਉਸ ਦਿੱਤੀ ਹੋਈ ਮੱਤ ਨਾਲ ਆਈ ਹੈ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਕੇਤੀ ਕੇਤੀ ਮੰਗਣ ਮੰਗੈ, ਭਾਮਨੀਆਂ ਸੋ ਪਾਈਐ। ਕੇਤੀ ਕੇਤੀ ਮੰਗਣ ਮੰਗੈ, ਭਾਮਨੀਆਂ ਸੋ ਪਾਈਐ। ਕੇਤੀ ਕੇਤੀ, ਇਹ ਸਾਰੀ ਲੁਕਾਈ, ਬੇਅੰਤ ਲੁਕਾਈ, ਜਿੰਨਾ ਇਹ ਖੰਡ ਬ੍ਰਹਿਮੰਡ ਆ, ਹਰੇਕ ਤੇਰੇ ਦਰ 'ਤੇ ਖੜੇ ਦਾਤ ਮੰਗ ਰਹੇ ਹਨ। ਔਰ ਉਹਨਾਂ ਦੀਆਂ ਮਨ ਦੀਆਂ ਮੁਰਾਦਾਂ ਤੇਰੀ ਬਖਸ਼ਿਸ਼ ਨਾਲ ਪੂਰੀਆਂ ਹੁੰਦੀਆਂ ਹਨ। ਸਫਲ 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 ਦਰਸ ਰੇ, ਪਰਸ ਪਰਸ ਗੁਣ ਗਾਈਐ। ਤੇ ਹੇ ਪ੍ਰਭੂ, ਹੁਣ ਮੇਰਾ ਇਸ ਸੰਸਾਰ ਵਿੱਚ ਆਉਣ ਦਾ ਮਨੋਰਥ ਸਫਲ ਹੋ ਗਿਆ ਹੈ, ਕਿਉਂਕਿ ਜੋ ਮੈਂ ਤੇਰੇ ਦਰਸ਼ਨ ਦਿਦਾਰੇ ਦੀ ਝਲਕ ਤਾਂਘ ਆਪਣੇ ਦਿਲ ਵਿੱਚ ਲਾਈ ਸੀ, ਜਿਸ ਨੂੰ ਮੈਂ ਬਾਹਰੋਂ ਦੇਖਣਾ ਚਾਹੁੰਦਾ ਸੀ, ਹੁਣ ਉਸ ਦੀ ਸਮਝ ਆਈ ਕਿ ਉਹ ਤੇ ਤੂੰ ਮੇਰੇ ਅੰਦਰ ਇਸ ਬਾਣੀ ਦੇ ਗਿਆਨ ਰਾਹੀਂ, ਇਸ ਬਾਣੀ ਦੇ ਗਿਆਨ ਦੇ ਚਾਨਣ ਰਾਹੀਂ ਜਿਹੜਾ ਮੇਰੇ ਮਨ ਦੇ ਵਿੱਚ ਹਨੇਰਾ ਸੀ, ਉਸ ਨੂੰ ਤੂੰ ਗੁਰਬਾਣੀ ਦੇ ਚਾਨਣ ਨਾਲ ਦੂਰ ਕੀਤਾ ਹੈ। ਮੇਰੀ ਸੁਰਤ ਉਸ ਪਰਮਾਤਮਾ ਦੇ ਨਾਮ ਵਿੱਚ ਜੁੜੀ ਹੈ ਤੇ ਹੁਣ ਮੈਨੂੰ ਇੰਝ ਮਹਿਸੂਸ ਹੋਇਆ ਕਿ ਜੋ ਇਹ ਮੇਰਾ ਮਨੋਰਥ ਇਸ ਸੰਸਾਰ ਵਿੱਚ ਆਉਣ ਦਾ ਸੀ,
ਉਹ ਤੂੰ ਪੂਰਾ ਕੀਤਾ ਹੈ ਔਰ ਉਹ ਮੇਰਾ ਭੁਲੇਖਾ ਵੀ ਕੱਢਿਆ ਹੈ। ਜਿਸ ਭੁਲੇਖੇ ਦੇ ਵਿੱਚ ਮੈਂ ਤੈਨੂੰ ਬਾਹਰੋਂ ਦੇਖਣਾ ਚਾਹੁੰਦਾ ਸਾਂ, ਉਹ ਤੇਰੇ ਸੱਚੇ ਦੇ ਦੀਦਾਰ ਮੈਂ ਆਪਣੇ ਤੈਨੂੰ ਅੰਦਰ ਬੈਠੇ ਨੂੰ ਤੱਕ ਕੇ ਬੇਸੁੱਧ ਹੋ ਗਿਆ। ਮੈਨੂੰ ਕੋਈ ਹੋਸ਼ ਨਾ ਰਹੀ, ਅਤੇ ਜਦੋਂ ਮੈਨੂੰ ਹੋਸ਼ ਆਈ ਤਾਂ ਤੂੰ ਮੈਨੂੰ ਸਮਝਾਇਆ ਕਿ ਮੈਂ ਤਾਂ ਤੇਰੇ ਅੰਦਰ ਬੈਠਾ ਸਾਂ, ਤੂੰ ਮੈਨੂੰ ਬਾਹਰ ਕਿੱਥੋਂ ਲੱਭ ਰਿਹਾ ਸੀ। ਅਤੇ ਫਿਰ ਉਹ ਜਿਹੜੀ ਜੋਤ, ਉਸ ਪਰਮਾਤਮਾ ਦਾ ਅੰਸ਼, ਜੋ ਤੂੰ ਜੀਵ ਦੇ ਮਨ ਵਿੱਚ ਆਪਣਾ ਅੰਸ਼ ਇਸ ਸਰੀਰ ਵਿੱਚ ਟਿਕਾਇਆ ਹੋਇਆ ਹੈ, ਉਹ ਜੋਤ ਜਦੋਂ ਤੇਰੀ ਜੋਤ ਦੇ ਵਿੱਚ ਜਾ ਰਲੀ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਕੋਈ ਤੱਤ ਦੇ ਵਿੱਚ ਮਿਲ ਜਾਂਦਾ ਹੈ, ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ। ਮੇਰੀ ਜੋਤ ਮੇਰੇ ਅੰਦਰ ਬੈਠੀ, ਉਹ ਤੇਰਾ ਅੰਸ਼ ਜੋਤ, ਉਸ ਸੱਚੇ ਜੋਤ ਸਰੂਪ ਵਾਲੇ ਮਨ ਤੂੰ ਜੋਤ ਸਰੂਪ ਆਪਣਾ ਮੂਲ ਪਹਿਚਾਣ ਹੋਈ ਕਿ ਇਹ ਸਰੂਪ ਸੱਚੇ ਦੀ ਜੋਤ ਵਾਲਾ ਸਰੂਪ ਜਿਹੜਾ ਉਸ ਦੇ ਦੀਦਾਰੇ ਹੋਏ ਅਤੇ ਤੱਤ ਦੇ ਵਿੱਚ ਤੱਤ ਮਿਲ ਗਿਆ। ਫਿਰ ਮੈਨੂੰ ਇਹ ਸਮਝ ਆਈ ਕਿ ਜੋ ਤੇਰੀ ਚਤੁਰਭੁਜ ਵਾਲੀ ਸੂਰਤ ਦੀਆਂ ਕਿਸੇ ਕਹਾਣੀਆਂ ਮੈਂ ਸੁਣੀਆਂ ਸਨ, ਉਹ ਤੇਰੇ ਹੱਥ ਵਿੱਚ ਦਿਖਾਇਆ ਹੋਇਆ ਸ਼ੰਖ ਜੋ ਇੱਕ ਧੁਨੀ ਪ੍ਰਗਟ ਕਰਦਾ ਹੈ, ਉਸ ਸੱਚੇ ਸ਼ਬਦ ਦੀ ਧੁਨ ਦੀ ਇੱਕ ਪ੍ਰਤੀਕ ਹੈ। ਸ਼ੰਖ ਇੱਥੇ ਜੋ ਮੈਂ ਸੁਣਿਆ ਸੀ, ਹੁਣ ਮੈਨੂੰ ਇਹ ਸਮਝ ਆਈ ਕਿ ਤੇਰੇ ਸ਼ਬਦ ਦੀ ਧੁਨ ਨੂੰ ਦਰਸਾ ਰਿਹਾ ਹੈ, ਔਰ ਉਸ ਸੱਚੇ ਸ਼ਬਦ ਦੀ ਧੁਨ ਜਦੋਂ ਮੇਰੇ ਕੰਨਾਂ ਦੇ ਅੰਦਰ ਗੂੰਜੀ, ਅੰਦਰਮੁਖੀ ਹੋ ਕੇ ਗੂੰਜੀ, ਤਾਂ ਮੈਂ ਤੇਰੇ ਨਾਮ ਵਿੱਚ ਬੇਸੁਰਤ ਹੋ ਗਿਆ। ਮੈਨੂੰ ਇਹ ਸਮਝ ਆਈ ਕਿ ਇਹ ਸ਼ੰਖ ਵਾਲਾ ਰੂਪ ਜਿਹੜਾ ਮੈਂ ਬਾਹਰੋਂ ਦੇਖਣਾ ਚਾਹੁੰਦਾ ਸਾਂ, ਇਹ ਤਾਂ ਤੇਰੇ ਸ਼ਬਦ ਨੂੰ ਦਰਸਾ ਰਿਹਾ ਹੈ। ਅਤੇ ਦੂਸਰੇ ਹੱਥ ਵਿੱਚ ਜਦੋਂ ਮੈਂ ਕਮਲ ਫੁੱਲ ਜਿਹੜਾ ਪ੍ਰਚਲਿਤ ਕਹਾਣੀਆਂ ਵਿੱਚ ਸੁਣਿਆ ਸੀ, ਅਤੇ ਮੈਨੂੰ ਕਮਲ ਫੁੱਲ ਜਿਸ ਤਰ੍ਹਾਂ ਤੂੰ ਮੇਰੇ ਅੰਦਰ ਬੈਠਾ ਮੇਰੇ ਨਾਲ ਅਠਖੇਲੀਆਂ ਕਰ ਰਿਹਾ ਸੀ, ਕੋਮਲਤਾ ਦਾ ਪ੍ਰਗਟਾਵਾ ਕਰ ਰਿਹਾ ਸੀ, ਮੈਨੂੰ ਸਮਝ ਆਈ ਕਿ ਤੂੰ ਤਾਂ ਬਹੁਤ ਸੀਤਲ ਕੋਮਲ ਸੁਭਾਅ ਦਾ ਮਾਲਕ ਹੈ। ਤੇਰੀ ਬਖਸ਼ਿਸ਼ ਨਾਲ ਮੈਂ ਇਹ ਜਾਣ ਸਕਿਆ ਕਿ ਇਸ ਸ਼ੰਖ ਸ਼ਬਦ ਦੀ ਧੁਨ ਨੂੰ ਪ੍ਰਗਟਾ ਰਿਹਾ ਹੈ, ਅਤੇ ਜੋ ਕਮਲ ਫੁੱਲ ਹੈ ਇਹ ਤੇਰੀ ਕੋਮਲਤਾ ਨੂੰ ਦਰਸਾ ਰਿਹਾ ਹੈ। ਜਿਵੇਂ ਕਿ ਸ਼ਬਦ ਰਾਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ, ਪ੍ਰਭ ਮੇਰਾ ਅੰਤਰਜਾਮੀ ਜਾਣ, ਕਰ ਕਿਰਪਾ ਪੂਰਨ ਪਰਮੇਸ਼ਰ, ਕਰ ਕਿਰਪਾ ਪੂਰਨ ਪਰਮੇਸ਼ਰ, ਨਿਹਚਲ ਸੱਚ ਸ਼ਬਦ ਨੀਸਾਨ।
शब्द सच निशान, निश्चल रूप शब्द सच्चा निशान मेरे हिरदे विच सुनाई दिता तां मेरे हिरदे दियां अंदरलियां तहां तो सिमरन जदों मेरे हिरदे विच अंदरलियां तहां तो तेरा सिमरन शुरू होया तां फिर उस संख दी धुन जो एक शब्द दे रूप मेरे विच मेरे अंदरों उठी तां मैनूं समझ आई कि ये तेरी कला है जो तूं हत्थ विच संख पकड़िया बाहर किसियां कहानियां विच मैं सुनदा रहा असल विच तां ये शब्द दा ही निशान है सच्चे शब्द दा निशान है जो कमल फुल कमल दा फुल तेरी सुंदरता नूं दर्शा रहा है जिस तरह शब्द दे विच बसंत राग विच गुरु पातशाह सानू सोझी बख्श रहे हैं महा मां मुबारखी चढ़िया सदा बसंत पर फड़ चित समाल सोए सदा सदा गोविंद महा 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 माह मुबारखी चढ़िया सदा बसंत पर फड़ चित समाल सोए सदा सदा गोविंद महा मां मुबारखी चढ़िया सदा बसंत पर फड़ चित समाल सोए सदा सदा गोबिंद भोलिया होमै सुरत विसार भोलिया भोलिया होमै सुरत विसार होमै मार विचार मन गुण विच गुण लै सार रहाओ भोलिया होमै सुरत विसार होमै बामार विचार मन गुण विच गुण लै सार रहाओ कर्म पेड़ शाखा हरी धर्म फुल फल ज्ञान पथ प्रापत छाव कणी चूका मन अभिमान अखी कुदरत कन्नी बाणी मुख आखण सच नाम पत का धन पूरा हुआ लागा सहज ध्यान महारती आवना वेखो कर्म कमाए नानक हरे ना सुकही जे गुरमुख रहे समाए नानक हरे ना सुकही जे गुरमुख रहे समाए तेरे कमल दे फुल दी कोमलता सुंदरता इन्नी सोहनी है कि जिमें बसंत दी रुत आई है
ਤੇ ਮੱਸਿਆ ਦੀ ਹਨੇਰੀ ਰਾਤ ਵਿੱਚ ਤੇਰੇ ਚਾਨਣ ਨੇ, ਤੇਰੇ ਨੂਰ ਨੇ ਉਸ ਨੂੰ ਦੁੱਧ ਚਾਨਣੀ ਰਾਤ ਵਿੱਚ ਬਦਲ ਦਿੱਤਾ ਹੈ, ਜਿਸ ਤਰ੍ਹਾਂ ਪੂਰਨਮਾਸ਼ੀ ਦੀ ਰਾਤ ਹੁੰਦੀ ਹੈ। ਤੇਰੀਆਂ ਖਿੜੀਆਂ ਹੋਈਆਂ ਬਹਾਰਾਂ ਵਾਲੇ ਮੌਸਮ ਤੇਰੀ ਉਸ ਝਲਕ ਦੇ ਵਿੱਚੋਂ ਮੈਨੂੰ ਨਜ਼ਰ ਆ ਰਹੇ ਹਨ। ਜਦੋਂ ਤੇਰੀ ਝਲਕ ਮੈਂ ਅੰਦਰੋਂ ਤੱਕੀ ਤਾਂ ਮੇਰੇ ਹਿਰਦੇ ਵਿੱਚ ਵੀ ਉਸ ਬਸੰਤ ਰੁੱਤ ਵਰਗੀਆਂ ਖਿੜੀਆਂ ਹੋਈਆਂ ਬਹਾਰਾਂ ਵਰਗਾ ਖੇੜਾ ਸਦਾ ਲਈ ਟਿਕ ਗਿਆ। ਹੁਣ ਇੱਥੇ ਕਦੇ ਪਤਝੜ ਦੀ ਰੁੱਤ, ਕਦੇ ਸੁੱਕੇ ਦੀ ਰੁੱਤ ਨਹੀਂ ਆਏਗੀ, ਕਿਉਂਕਿ ਹੁਣ ਮੈਂ ਤੈਨੂੰ ਆਪਣੇ ਅੰਦਰ ਬੈਠਾ ਦੇਖਿਆ ਹੈ। ਤੇ ਜੋ ਕੋਮ ਕਮਲ ਦਾ ਫੁੱਲ ਹੈ, ਜੋ ਤੂੰ ਆਪਣੀ ਭੁਜਾ ਵਿੱਚ ਪਕੜਿਆ ਹੋਇਆ ਕਿਸਿਆਂ ਕਹਾਣੀਆਂ ਵਿੱਚ ਮੈਂ ਸੁਣਿਆ ਸੀ, ਤਾਂ ਮੈਨੂੰ ਤੇਰੀ ਸੁੰਦਰਤਾ ਦਾ ਪਤਾ ਲੱਗਾ ਕਿ ਤੂੰ ਤਾਂ ਬਹੁਤ ਕੋਮਲ, ਸ਼ਾਂਤ ਸੁਭਾਅ ਤੇ ਬਹੁਤ ਸੋਹਣਾ ਖਿੜਿਆ ਹੋਇਆ ਬਸੰਤ ਦੀ ਰੁੱਤ ਵਰਗਾ ਹੈ। ਮੇਰੀ ਸਮਝ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਇਹ ਪ੍ਰਗਾਸ ਹੋਇਆ। ਮੈਂ ਤੈਨੂੰ ਅੰਦਰ ਬੈਠੇ ਨੂੰ ਤੱਕ ਕੇ ਨਿਹਾਲ ਹੋਇਆ। ਹੁਣ ਜਿਹੜੀਆਂ ਦੋ ਭੁਜਾਵਾਂ ਦੇ ਵਿੱਚ, ਇੱਕ ਦੇ ਵਿੱਚ ਗਦਾ ਪਕੜੀ ਹੋਈ ਹੈ ਤੇ ਦੂਸਰੀ ਬਾਜੂ ਵਿੱਚ ਸੁਦਰਸ਼ਨ ਚੱਕਰ ਟਿਕਾਇਆ ਹੋਇਆ ਹੈ, ਉਹ ਅਸੀਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਉਹ ਕੀ ਪ੍ਰਤੀਕ ਹੈ, ਕਿਸ ਚੀਜ਼ ਦਾ ਪ੍ਰਤੀਕ ਹਨ। ਗੁਰਬਾਣੀ ਦੇ ਆਸਰੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਅਨੁਸਾਰ ਤੁਹਾਡੇ ਨਾਲ ਉਹ ਚਾਰ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।